ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਜਾਪ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਤੋਂ ਵਿਚਾਰ ਸਾਂਝੀ ਕਰ ਰਹੇ ਹਾਂ। ਆਓ ਗੁਰਦੇਵ ਕਿਰਪਾ ਕਰਨ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ, ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚਾਚਰੀ ਛੰਦ ਧਉ ਪ੍ਰਸਾਦ। ਛੰਦ ਦਾ ਨਾਂ ਹੈ ਚਾਚਰੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਕਹਿ ਰਹੇ ਹਨ, ਧਉ ਪ੍ਰਸਾਦ, ਤੇਰੀ ਕਿਰਪਾ ਨਾਲ ਮੈਂ ਇਹ ਚਾਚਰੀ ਛੰਦ ਉਚਾਰਨ ਕਰਨ ਲੱਗਾ ਹਾਂ। ਆਰੰਭਤਾ ਹੁੰਦੀ ਹੈ, ਆਰੂਪ ਹੈ ਅਨੂਪ ਹੈ। ਪਰਮਾਤਮਾ ਦਾ ਕੋਈ ਰੂਪ ਨਹੀਂ ਹੈ, ਉਹ ਉਪਮਾ ਤੋਂ ਰਹਿਤ ਹੈ। ਆਜੂ ਹੈ, ਪਰਮਾਤਮਾ ਜਨਮ ਤੋਂ ਜੁਨੀਆਂ ਤੋਂ ਰਹਿਤ ਹੈ। ਆਪੂ ਹੈ, ਅਕਾਲ ਪੁਰਖ ਪਰਮਾਤਮਾ ਜਿਹੜਾ ਨਾ, ਜਿੱਥੇ ਉਹ ਜਨਮ ਤੇ ਮਰਨ ਦੇ ਗੇੜ ਵਿੱਚ ਨਹੀਂ ਹੈ, ਉੱਥੇ ਹੀ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਅਚਲ ਹੈ। ਉਹ ਕਿਤੇ ਆਉਂਦਾ ਜਾਂਦਾ ਨਹੀਂ। ਆ ਲੇਖ ਹੈ, ਆ ਭੇਖ ਹੈ। ਪਰਮਾਤਮਾ ਲੇਖਿਆਂ ਤੇ ਜੋਖਿਆਂ ਤੋਂ ਰਹਿ ਤੇ ਉਹਦਾ ਕੋਈ ਲੇਖਾ ਜੋਖਾ ਨਹੀਂ। ਜਿਵੇਂ ਆਮ ਸੰਸਾਰ ਦੇ ਜੀਵਾਂ ਦੇ ਲੇਖੇ ਜੋਖੇ ਨੇ, ਕਰਮਾਂ ਦੇ ਲੇਖੇ ਨੇ। ਕਰਮ ਕਰ ਰਹੇ ਨੇ, ਕੋਈ ਚੰਗੇ ਕਰ ਰਿਹਾ, ਕੋਈ ਮਾੜੇ ਕਰ ਰਿਹਾ। ਤਾਂ ਮਨੁੱਖ ਦੇ ਕਰਮਾਂ ਦੇ ਲੇਖੇ ਲਿਖੇ ਜਾ ਰਹੇ ਨੇ। ਸਭ ਦੇ ਆਪਣੇ ਆਪਣੇ ਲੇਖ ਨੇ। ਕੋਈ ਕਿੱਦਾਂ ਦੇ ਲੇਖ ਲਿਖ ਰਿਹਾ, ਕੋਈ ਕਿੱਦਾਂ ਦੇ ਲੇਖ ਲਿਖ ਰਿਹਾ। ਮਹਾਰਾਜ ਨੇ ਬਾਣੀ ਵਿੱਚ ਵੀ ਆਖਿਆ ਕਿ ਇੱਕ ਗੱਲ ਯਾਦ ਰੱਖੀ, ਜਿੱਦਾਂ ਦੇ ਲੇਖ ਤੂੰ ਲਿਖੇਗਾ ਉਹੋ ਜਿਹਾ ਤੇਰਾ ਸੁਭਾਅ ਬਣੇਗਾ, ਉਹੋ ਜਿਹਾ ਹੀ ਤੇਰਾ ਜੀਵਨ ਬਣੇਗਾ, ਉਹੋ ਜਿਹਾ ਹੀ ਇਨਸਾਨ ਬਣ ਜਾਂਦਾ ਜਿਹੋ ਜਿਹੇ ਦੇ ਲੇਖ ਉਹਨੇ ਆਪ ਲਿਖੇ ਹੁੰਦੇ ਨੇ। ਪਰਮਾਤਮਾ ਤੇ ਸਿਰਫ ਨਿਬੇੜਾ ਕਰਦਾ ਹੈ ਤੇ ਦੱਸ ਦੇਣਾ ਵੀ ਇੰਨੇ ਚੰਗੇ ਨੇ, ਇੰਨੇ ਮਾੜੇ ਨੇ। ਇੰਨੇ ਤੂੰ ਆ ਫਲਾਣੀ ਥਾਂ ਤੇ ਆ ਚੰਗਾ ਕੰਮ ਕੀਤਾ, ਫਲਾਣੀ ਥਾਂ ਤੇ ਤੂੰ ਆ ਮਾੜਾ ਕੰਮ ਕੀਤਾ। ਇੱਥੇ ਸੱਚ ਹੈ, ਇੱਥੇ ਝੂਠ ਹੈ, ਇੱਥੇ ਨਿੰਦਿਆ, ਇੱਥੇ ਚੁਗਲੀ ਹੈ, ਇੱਥੇ ਦਇਆ, ਇੱਥੇ ਸੰਤੋਖ ਹੈ, ਇੱਥੇ ਧਰਮ ਦੀ ਗੱਲ ਹੈ। ਇੱਕ ਇੱਕ ਲੇਖ ਜਿਹੜਾ ਪਰਮਾਤਮਾ ਨੇ ਆਖਿਆ ਵੀ ਲਿਖਦੇ ਹੋਏ ਸੋਚ, ਕੀ ਲਿਖ ਰਹੇ। ਸੁਚੇਤ ਹੋ ਕੇ ਆਪਣੇ ਇਹਨਾਂ ਲੇਖਾਂ ਨੂੰ ਜ਼ਿੰਦਗੀ ਦੀ ਕਿਤਾਬ ਤੇ ਲਿਖੀ ਜਾ, ਪਰ ਲਿਖਣ ਤੋਂ ਪਹਿਲਾਂ ਸੋਚ। ਇਹ ਗੁਰਮਤਿ ਦਾ ਫਲਸਫਾ ਹੈ। ਬਾਬੇ ਨਾਨਕ ਨੇ ਜਦੋਂ ਜੰਝੂ ਪਾਉਣ ਲੱਗਾ ਸੀ ਨਾ ਬ੍ਰਾਹਮਣ, ਤੇ ਉਦੋਂ ਇਹੀ ਗੱਲ ਆਖੀ ਸੀ ਭਲਿਆ ਵੀ ਜੰਝੂ ਕੇਵਲ ਤਨ ਸਰੀਰ ਵਾਸਤੇ ਨਹੀਂ ਹੈ। ਆ ਜਿਹੜਾ ਤੂੰ ਪਾ ਰਿਹਾ ਹੈ ਇਹ ਤਾਂ ਫਿਰ ਹੋ ਸਕਦਾ ਸਾਲ ਬਾਅਦ 2 ਸਾਲ ਬਾਅਦ ਫਿਰ ਮੈਨੂੰ ਪਾਣਾ ਪਵੇ। ਇਹ ਵੀ ਹੋ ਸਕਦਾ ਵੀ ਮਰਨ ਤੋਂ ਬਾਅਦ ਇਹ ਮੇਰੇ ਨਾਲ ਹੀ ਨਾ ਜਾਵੇ, ਧਾਗਾ ਇਹ ਸੜ ਜਾਵੇਗਾ। ਕੋਈ ਹੋਰ ਜੰਝੂ ਦੱਸ ਤੇਰੇ ਕੋਲ ਹੈ ਜਿੰਦੇ ਨਾਲ ਬੰਦੇ ਦਾ ਜੀਵਨ ਬਦਲ ਜਾਵੇ, ਬੰਦੇ ਦਾ ਕਿਰਦਾਰ ਹੀ ਉੱਚਾ ਹੋ ਜਾਵੇ, ਵਾਕਈ ਇਨਸਾਨ ਬਣ ਜਾਵੇ। ਕਿੰਨੀ ਦੁਨੀਆ ਜੰਝੂ ਪਾਈ ਬੈਠੀ। ਬਾਹਮਣ ਆਪ ਜੰਝੂ ਪਾ ਕੇ ਪਾਪ ਕਮਾਉਂਦਾ ਸੀ, ਉਹ ਆਪ ਲੋਕਾਂ ਦਾ ਲਹੂ ਪੀਂਦਾ ਸੀ, ਆਪ ਠੱਗੀਆਂ ਕਰਦਾ ਸੀ। ਮਹਾਰਾਜ ਨੇ ਫਿਰ ਆਖਿਆ, ਨਹੀਂ ਭਾਈ, ਕੋਈ ਐਸਾ ਜੰਝੂ ਜਿਹੜਾ ਰੱਬ ਦੀ ਦਰਗਾਹ ਤੱਕ ਵੀ ਜਾਵੇ, ਟੁੱਟੇ ਨਾ, ਨਾ ਮੈਲਾ ਹੋਵੇ, ਨਾ ਸੜੇ, ਨਾ ਰੁੜੇ, ਨਾ ਨਾਸ਼ ਹੋਵੇ, ਨਾਲ ਨਿਭੇ, ਬੰਦੇ ਦੀ ਆਤਮਾ ਦੇ ਨਾਲ ਨਿਭੇ, ਸੱਚਾ ਜੰਝੂ। ਇਸ ਤਰ੍ਹਾਂ ਹੱਥ ਜੋੜੇ ਹੋਏ ਬ੍ਰਾਹਮਣ ਨੇ ਨਾ, ਪੰਡਤ ਨੇ ਹੱਥ ਜੋੜੇ ਬਾਬੇ ਨਾਨਕ ਅੱਗੇ, ਮਹਾਰਾਜ ਇਹੋ ਜਿਹਾ ਜੰਝੂ ਸਾਡੇ ਕੋਲ ਨਹੀਂ, ਕਿਰਪਾ ਕਰੋ ਸਾਨੂੰ ਵੀ ਦਿਓ, ਅਸੀਂ ਵੀ ਇਹੋ ਜਿਹਾ ਜੰਝੂ ਪਾ ਲਈਏ। ਫਿਰ ਸਾਡੇ ਕੋਲ ਤੇ ਆ ਹੀ ਹੈ ਧਾਗੇ ਵਾਲਾ, ਫਿਰ ਇਹ ਵੀ ਵੱਖਰਾ ਵੱਖਰਾ ਹੈ। ਬ੍ਰਾਹਮਣ ਦਾ ਵੱਖਰਾ ਹੈ, ਖੱਤਰੀ ਦਾ ਵੱਖਰਾ ਹੈ, ਵੈਸ਼ ਦਾ ਵੱਖਰਾ ਹੈ, ਸ਼ੂਦਰ ਦਾ ਹੀ ਨਹੀਂ, ਇਸਤਰੀ ਵੀ ਨਹੀਂ ਪਾ ਸਕਦੀ।
महाराज कह लगे मेरे को जंजू दुनिया का हर एक बंदा पा सकता है, पर वह बाजारों में नहीं मिलता। वो जंजू बाजारों में नहीं मिलता, वो बड़ा कीमती है, बड़ा अमोलक है। उन्हें कहा महाराज सानू भी दियो। महाराज कह लगे दया, कपा, संतोख, सूत, जत गंढी, सत वट, ए जनेऊ जी का है ता पांडे घत। ना टुटे ना मन लगे, ना जले ना जाए, ना मैला होगा। संतोख कदी मैला होंदा, दया कदी मैली होंदी है, दया कदी टुटदी है, दया कदी सड़दी है, संतोख कदी सड़दा नहीं। अच्छा, संतोख, दया, उच्चा आचरण, जत सत, ये चंगे गुण जिहड़े हन महाराज कहन लगे भाई ये कमाने पैंदे हन, ये गुरु की कृपा नाल जीवन दे विच कमाए जाते हैं। जिहड़ा बंदा कमाई कर लैंदा असल जंजू पहने। फिर इत्थे गल हो रखी, महाराज ने आख्या भाई अखां नूं जंजू नहीं पाया, पराया धन पराया तन तकदियां ने। जुबान नूं जंजू नहीं पाया, ये निंदिया करती है, झूठ बोलती है। जंजू की लोड़ जुबान नूं सी, अखां नूं सी। इन्हां कन्नां नूं भाई वे कन्नां नूं पाया जंजू, निंदिया सुनते ने। पता नहीं सारा दिन किन्ना कुछ संसार का आल जंजाल ये कन्न सुनते रहंदे ने, इन्हां नूं कदी जंजू पाया? महाराज जी कह लगे नहीं, हत्थां नूं जंजू। आ तेरियां इंद्रियां जिहड़ियां ज्ञान इंद्रे जिहड़े ने ये तां भाई जंजू तो सखणे हन, इन्हां नूं लोड़ है। तां जिद्दण तू वाकई असल जंजू पा लिया फिर तेरे लेख भी बदल जाणगे। अखां नूं जंजू पाया भाई चंगा वेखण दा, कन्नां नूं पाया भाई चंगा सुणन दा, जुबान नूं जंजू पाया चंगा बोलण दा, पैरां नूं जंजू पाया चंगे राह ते तुरन दा, हत्थां नूं जंजू पाया भाई चंगे काम करन दा। ये महाराज ने आख्या भाई ये तेरे लेख बदल जाणगे जे तू वाकई इहो जिहा जंजू धारण करदा। तो बाकी संसार के जिहड़े जीव हैं ये सारे इन्हां दे लेख लिखे जा रहे हैं। अकाल पुरख परमात्मा लेखां तो रहत है, आ भेख है। परमात्मा का कोई भेख नहीं भाई, आ नाम है। परमात्मा नाम तो रहत है। आ काम है, परमात्मा की कोई कामना नहीं, उन्हें कोई लालच नहीं, उनके अंदर कोई वासना नहीं है। आ ते है परमात्मा जिहड़ा है ना वो बंदे दी सोच मंडल तो किते परे है। बंदे दी सोच तो जिथे बंदे दी सोच जा ही नहीं सकती। परमेश्वर इन्नी वड्डी हस्ती है। आ भे है, परमात्मा का भेद नहीं पाया जा सकता। किसी मनुख की सोच उस तक नहीं पहुँच सकती। आ जीत है, परमात्मा नूं जितया नहीं जा सकता, वो अजित है। आ भीत है, परमात्मा जिहड़ा किसी पड़दे विच नहीं। भीत का अर्थ एक दिन आपां कीता सी कंध दीवार पड़दा। परमात्मा किसी पड़दे दे ओले नहीं हैगा, वो सारे संसार विच है, सारी कायनात विच। उन्होंने महाराज ने आख्या जै जै भेखूं तै हजूर दूर कतू ना जाए। दूर नहीं, वो सर्व व्यापक है, सारी कायनात विच है, लुकिया होया नहीं है। हाँ जिन्हें समझ लिया उन्हें पा लिया। गुरु शब्द के राही परमात्मा परमेश्वर नूं पाया जा सकता है। वो सारी थावां ते मौजूद है। महाराज आखदे ने भाई अपीत है, तिरमान है। त्रै दा अर्थ तीन, तीन लोक हन, एक आकाश, एक पाताल ते एक मात। एक आकाश है, एक धरती जिन्होंने मात लोक कहने, एक धरती तो थले पाताल लोक। ये तीन लोक ने। इन्हां तिन्नां लोकां दे जीव जिहड़े हन वो परमात्मा दा आदर करते हैं, मान करते हैं, सत्कार करते हैं, भाव न्याउंदे हन, झुकदे हन उस मालक दे अगे। निधान है, परमात्मा सारे गुणां दा खजाना है। अथाह गुण ने परमात्मा परमेश्वर को। तेरे वर्ग है, परमात्मा परमेश्वर जिहड़ा वो तीन दातां जीवां नूं देण वाला है।
ਧਰਮ, ਅਰਥ ਤੇ ਕਾਮ, ਇਹ ਤਿੰਨ ਦਾਤਾਂ ਵੀ ਪਰਮਾਤਮਾ ਕੋਲੋਂ ਮਿਲਦੀਆਂ ਹਨ। ਆ ਸਰਗ ਹੈ, ਪਰਮਾਤਮਾ ਉਤਪत्ति ਤੋਂ ਰਹਿਤ ਹੈ, ਉਹ ਜਨਮ ਆਦਿਕ ਤੋਂ ਰਹਿਤ ਹੈ, ਉਹਦੀ ਉਤਪत्ति ਨਹੀਂ ਹੁੰਦੀ, ਉਹ ਪੈਦਾ ਨਹੀਂ ਹੁੰਦਾ। ਤਾਂ ਇਹ ਗੁਣ ਨੇ ਅਕਾਲ ਪੁਰਖ ਪਰਮਾਤਮਾ ਵਿੱਚ। ਆ ਨੀਲ ਹੈ, ਨੀਲ ਦਾ ਅਰਥ ਗਿਣਤੀ ਵੀ ਆਇਆ, ਪਰਮਾਤਮਾ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਗਿਣਿਆ ਮਿਣਿਆ ਨਹੀਂ ਜਾ ਸਕਦਾ। ਅਨੀਲ ਦਾ ਅਰਥ ਕਲੰਕ ਵੀ ਆਉਂਦਾ, ਵੀ ਕਲੰਕ ਤੋਂ ਰਹਿਤ ਹੈ। ਅਨਾਦ ਹੈ, ਪਰਮਾਤਮਾ ਦਾ ਕੋਈ ਆਦ ਨਹੀਂ, ਮੁੱਢ ਨਹੀਂ, ਕਿੱਥੋਂ ਸ਼ੁਰੂ ਹੋਇਆ ਕਿੱਥੇ ਖਤਮ ਹੋਵੇਗਾ, ਉਹਦਾ ਕੋਈ ਅੰਤ ਨਹੀਂ ਲੱਭ ਸਕਿਆ, ਨਾ ਇਹ ਕੋਈ ਦੱਸ ਸਕਿਆ ਵੀ ਕਿਸ ਦਿਨ ਬਣਿਆ ਸੀ, ਕਦੋਂ ਬਣਿਆ ਸੀ, ਉਹਦਾ ਕੋਈ ਆਦ ਨਹੀਂ ਹੈਗਾ। ਆ ਜੇ ਹੈ, ਉਹਨੂੰ ਕੋਈ ਜਿੱਤ ਨਹੀਂ ਸਕਦਾ। ਆਜ਼ਾਦ ਹੈ, ਪਰਮਾਤਮਾ ਸੁਤੰਤਰ ਹੈ, ਆਜ਼ਾਦ ਹੈ, ਉਹ ਕਿਸੇ ਦਾ ਗੁਲਾਮ ਨਹੀਂ, ਕਿਸੇ ਦਾ ਕੈਦੀ ਨਹੀਂ, ਉਹਨੂੰ ਕੈਦ ਵੀ ਨਹੀਂ ਕੀਤਾ ਜਾ ਸਕਦਾ, ਉਹਨੂੰ ਬੰਨਿਆ ਨਹੀਂ ਜਾ ਸਕਦਾ, ਪਕੜਿਆ ਨਹੀਂ ਜਾ ਸਕਦਾ, ਉਹ ਆਜ਼ਾਦ ਹਸਤੀ ਹੈ, ਹਰ ਥਾਂ ਤੇ ਹੈ। ਆ ਜਨਮ ਹੈ, ਪਰਮਾਤਮਾ ਜਨਮਾਂ ਤੋਂ ਰਹਿਤ ਹੈ। ਆ ਵਰਨ ਹੈ, ਉਹ ਵਰਨਾਂ ਤੋਂ ਰਹਿਤ ਹੈ, ਜਾਤੀਆਂ ਬਰਾਦਰੀਆਂ ਤੋਂ ਰਹਿਤ ਹੈ। ਆ ਭੂਤ ਹੈ, ਪਰਮਾਤਮਾ ਪੰਜਾਂ ਤੱਤਾਂ ਤੋਂ ਰਹਿਤ ਹੈ। ਜਿਵੇਂ ਆਪਾਂ ਜੀਵ ਬਣੇ ਆ ਨਾ ਪੰਜ ਤੱਤਾਂ ਤੋਂ, ਧਰਤੀ, ਆਕਾਸ਼, ਅਗਨ, ਪਾਣੀ, ਇਹ ਪੰਜ ਤੱਤਾਂ ਤੋਂ ਅਸੀਂ ਜੀਵ ਬਣੇ ਹੋਏ ਹਾਂ। ਬਲਕਿ ਜਿੰਨੀ ਵੀ ਕਾਇਨਾਤ ਹੈ ਪੰਜ ਤੱਤਾਂ ਤੋਂ ਬਣੀ ਹੈ, ਪਰਮਾਤਮਾ ਨਹੀਂ ਬਣਿਆ। ਆ ਭਰਨ ਹੈ, ਭਰਨ ਕਹਿੰਦੇ ਪਾਲਣ ਤੇ ਪੋਸ਼ਣ ਕਰਨਾ। ਪਰਮਾਤਮਾ ਦੀ ਕੋਈ ਪਾਲਣਾ ਪੋਸ਼ਣਾ ਨਹੀਂ ਕਰਦਾ, ਉਹ ਕਿਸੇ ਦੀ ਮੁਤਾਜੀ ਨਹੀਂ, ਉਹਨੂੰ ਕਿਸੇ ਦੇ ਆਸਰੇ ਨਹੀਂ ਵੀ ਕੋਈ ਮੈਨੂੰ ਦੇਵੇਗਾ ਤੇ ਮੈਂ ਖਾਵਾਂਗਾ, ਕੋਈ ਲਿਆ ਕੇ ਦੇਵੇਗਾ ਮੈਂ ਬਣਾਵਾਂਗਾ ਜਾਂ ਪਾਵਾਂਗਾ ਜਾਂ ਕਿਤੇ ਰਵਾਂਗਾ, ਉਹਨੂੰ ਮੁਤਾਜੀ ਨਹੀਂ, ਉਹ ਤੇ ਦੂਜਿਆਂ ਦੀ ਪਾਲਣਾ ਕਰਨ ਵਾਲਾ ਹੈ। ਆ ਗੰਜ ਹੈ, ਗੰਜ ਦਾ ਅਰਥ ਹੈ ਨਾਸ਼, ਪਰਮਾਤਮਾ ਨਾਸ਼ ਤੋਂ ਰਹਿਤ ਹੈ। ਆ ਭੰਜ ਹੈ, ਉਹ ਟੁੱਟਦਾ ਨਹੀਂ, ਭੰਜ ਦਾ ਅਰਥ ਹੈ ਟੁੱਟ ਜਾਣਾ। ਟੁੱਟਦੀ ਉਹ ਚੀਜ਼ ਹੈ ਜਿਹੜੀ ਕੱਚੀ ਹੋਵੇ, ਕੱਚੀਆਂ ਚੀਜ਼ਾਂ ਟੁੱਟ ਜਾਂਦੀਆਂ। ਜਿਵੇਂ ਆਮ ਤੌਰ ਤੇ ਆਪਾਂ ਸਮਝ ਲਈਏ ਵੀ ਜਿਹੜੀ ਕੱਚ ਦੀ ਚੀਜ਼ ਬਣੀ ਹੈ ਉਹ ਟੁੱਟ ਜਾਂਦੀ ਹੈ। ਕੱਚ ਵੀ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਉਹ ਕੱਚ ਹੈ ਜਿਹੜਾ ਛੇਤੀ ਟੁੱਟ ਜਾਂਦਾ ਹੈ, ਇੱਕ ਉਹ ਕੱਚ ਹੈ ਜਿਹੜਾ ਥੋੜਾ ਸਮੇਂ ਬਾਅਦ ਟੁੱਟਦਾ, ਮਜ਼ਬੂਤ ਹੁੰਦਾ ਪਰ ਹੈ ਕੱਚ ਹੀ। ਜਿਵੇਂ ਪੁਰਾਣੇ ਸਮਿਆਂ ਵਿੱਚ ਘਰ ਹੋਇਆ ਕਰਦੇ ਸਨ, ਆਪਾਂ ਆਖਦੇ ਹਾਂ ਕੱਚਾ ਮਕਾਨ ਹੈ, ਤੇ ਉਸ ਤੋਂ ਬਾਅਦ ਬੰਦੇ ਨੇ ਸ਼ਬਦ ਵਰਤਣਾ ਸ਼ੁਰੂ ਕੀਤਾ ਇਹ ਪੱਕਾ ਮਕਾਨ ਹੈ ਉਹ ਵੀ ਕੱਚਾ ਹੀ ਹੈ। ਆਖਰ ਤੇ ਉਹਦੀ ਵੀ ਮਿਆਦ ਥੋੜੀ ਜ਼ਿਆਦਾ ਹੁੰਦੀ ਹੈ। ਕੱਚੇ ਘਰ ਜਿਹੜੇ ਹਨ, ਜੇ ਮੰਨ ਲਓ ਵੀ 10 ਸਾਲ ਚੱਲਦੇ ਸਨ, ਪੱਕੇ ਬੜੀ ਗੱਲ 20-30 ਸਾਲ ਚੱਲ ਜਾਂਦੇ ਨੇ, ਆਖਰ ਨੂੰ ਤਾਂ ਉਹ ਵੀ ਢਹਿ ਢੇਰੀ ਹੋ ਜਾਂਦੇ ਨੇ। ਮਹਾਰਾਜ ਆਖਦੇ ਨੇ ਭਲਿਆ ਦੁਨੀਆ ਦੇ ਅੰਦਰ ਹਰ ਇੱਕ ਚੀਜ਼ ਜਿਹੜੀ ਹੈ ਉਹ ਕੱਚ ਦੀ ਨਿਆਈ ਹੈ, ਸਦੀਵ ਨਹੀਂ ਰਵੇਗੀ, ਬਿਨਸ ਹੀ ਜਾਵੇਗੀ। ਇਹ ਸਰੀਰ ਵੀ ਕੱਚ ਦੀ ਨਿਆਈ ਮਹਾਰਾਜ ਨੇ ਉਦਾਹਰਨਾਂ ਬਾਣੀ ਵਿੱਚ ਦਿੱਤੀਆਂ। ਸਾਹਿਬ ਆਖਦੇ ਨੇ ਜਿਵੇਂ ਬੰਦਾ ਕਹਿ ਦਿੰਦਾ ਵੀ ਆਹ ਇੱਕ ਰੰਗ ਹੈ, ਇਹ ਕੱਚਾ ਰੰਗ ਹੈ, ਇਹ ਪੱਕਾ ਰੰਗ ਹੈ। ਜਿਹੜਾ ਕੱਚਾ ਰੰਗ ਹੈ ਉਹ ਛੇਤੀ ਬਿਨਸ ਜਾਂਦਾ ਹੈ, ਪੱਕਾ ਰੰਗ ਵੀ ਰਹਿੰਦਾ ਨਹੀਂ, ਉਹ ਵੀ ਬਿਨਸ ਜਾਂਦਾ ਹੈ ਉਹ ਵੀ ਕੱਚਾ ਹੀ, ਪਰ ਮਨ ਨੂੰ ਇੱਕ ਭੁਲੇਖਾ ਹੈ ਵੀ ਇਹ ਪੱਕਾ ਹੈ, ਵੀ ਆਹ ਚੀਜ਼ ਪੱਕੀ ਹੈ। ਪੱਕੀ ਕੋਈ ਵੀ ਨਹੀਂ ਹੈ, ਸਾਰੀਆਂ ਚੀਜ਼ਾਂ ਕੱਚੀਆਂ। ਮਹਾਰਾਜ ਨੇ ਆਖਿਆ ਦੇਹੀ ਵੀ ਕੱਚੀ ਹੈ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲੱਗ ਹੈ ਠਣਕਾ। ਸਰੀਰ ਦਾ ਕੋਈ ਕੀ ਵਿਸ਼ਵਾਸ, ਕੀ ਭਰੋਸਾ ਹੈ, ਕੋਈ ਪਤਾ ਨਹੀਂ। ਇਹ ਵੀ ਇੱਕ ਕੱਚਾ ਭਾਂਡਾ ਹੀ ਹੈ, ਬਸ ਮਾਲਕ ਨੇ ਇੱਕ ਜੋਤ ਟਿਕਾਈ ਹੋਈ ਇਹਦੇ ਵਿੱਚ। ਤਾਂ ਇਹ ਸਾਰੀ ਕਾਇਨਾਤ ਜਿਹੜੀ ਹੈ ਕੱਚ ਦੀ ਨਿਆਈ ਹੈ, ਸਦੀਵ ਰਹਿਣ ਵਾਲੀ। ਇੱਕ ਮਹਾਂਪੁਰਖਾਂ ਕੋਲ ਇੱਕ ਨੌਜਵਾਨ ਆਇਆ, ਕਹਿਣ ਲੱਗੇ ਮਹਾਂਪੁਰਖੋ ਕੋਈ ਸੇਵਾ ਦੱਸੋ, ਕੋਈ ਸੇਵਾ ਦੱਸੋ ਮੈਂ ਕਰਾਂ। ਉਹਨਾਂ ਆਖਿਆ ਪਿਆਸ ਲੱਗੀ, ਅੰਦਰੋਂ ਪਾਣੀ ਲੈ ਕੇ। ਉਹ ਲੈ ਕੇ ਆਇਆ, ਅੰਦਰੋਂ ਪਾਣੀ ਭਰ ਕੇ ਲੈ, ਹੱਥ ਵਿੱਚ ਉਹਦੇ ਗਲਾਸ ਸੀ। ਜਦੋਂ ਪਾਣੀ ਲੱਗਾ ਪਿਆਣ ਤੇ ਹੱਥ ਵਿੱਚੋਂ ਗਲਾਸ ਛੁੱਟ ਕੇ ਥੱਲੇ ਡਿੱਗ ਪਿਆ, ਟੁੱਟ ਗਿਆ, ਕੱਚ ਦਾ ਸੀ। ਥੋੜਾ ਜਿਹਾ ਸੋਚਣ ਲੱਗ ਗਿਆ ਵੀ ਇਹ ਮੇਰੇ ਤੋਂ ਕੀ ਹੋ ਗਿਆ। ਮਹਾਂਪੁਰਖਾਂ ਨੇ ਆਖਿਆ ਭਲਿਆ ਇਹਨਾਂ ਸੋਚ ਨਾ,
इन्ना ना सोच कह लगे गिलास टुट गया, गिलास तो होर भी आ जाएगा। अपने तन बारे सोच, अपने जीवन बारे सोच, ये टुटिया दोबारा नहीं आएगा। शरीर रूपी भांडा जिदन टुट गया दोबारा नहीं आना, गिलास तो होर भी वाधू आ जाएंगे, भांडे तो होर भी आ जाएंगे। भांडियां दा इन्ना दुख ना मना। सच गल है, जिन्ना बंदा दुनियावी संसार के पदार्थ रूपी कच टुटन ते दुख मनाउंदा है ना, इन्ना कदी अपने आप दे जीवन नूं एवें बर्बाद करन ते नहीं है दुखी हुंदा। किन्ने सवास बंदे दे लंघदे ही जांदे ने, पर कदी इन्हें चिंता नहीं की इस गल दी, कदी फिक्र नहीं की। गुरु तेग बहादुर महाराज जी ने एक शब्द उच्चारण किया, एक नौजवान बच्ची जिहड़ी घर दे काम कार करदी पई है ते घर दे कामां कारां विच इन्नी लीन हो गई, गवाच गई ते घर दे बाहर घड़ा रखिया सी, मटका भी कह देने आपां, घड़ा पिया सी बाहर, उहदे विच पानी सी ते उस विचों ना पानी रिस रिहा सी थोड़ा थोड़ा, थल्ले रेता पई सी। पुराने समयां विच अज भी पिंडां दे विच घड़ियां च पानी लोकी पिंडां विच पींदे ने, जदों गर्मी हुंदी है रेता ते रख दिंदे ने। तां ओह की सी, ओह घड़ा ना थोड़ा तिड़किया होया सी ते विचों पानी एक एक बूंद करके रिस रिहा सी। कोई दाना पुरख सियाणा पुरख लंघिया जावे ने आवाज़ मारी, धीए आ पानी जिहड़ा ना रिस रिहा घड़े चों, इहनूं संभाल लै, ये ना होवे किते पानी मुक जावे, तैनूं प्यास लगे ते पानी ना होवे। उन्हें ख्याल ही नहीं किया। कई बार होना आपां नूं कोई बंदा समझावे ना, आपां बहुता ख्याल नहीं करते, आपां बस एवें ही अखों परोखे च कर दें भी चलो ठीक है जी वेख लांगे। इस तरह ही हुंदा है ना, जे कोई सानूं कोई गल महाराज की कोई गल समझाउंदा होवे ते आपां ये कह के टाल दें ठीक है जी सोचांगे विचार करांगे, धर्म की गल विचार करांगे सोचांगे। अच्छा जे कोई दुनियावी काम होवे ते बंदा उस वेले सुचेत हो जाता, हुणे ही कर लईए। कोई दुनियावी काम होवे ना, माया दा दौलत दा, हुणे ही कर लो बस, इसे वेले कर लो, गाहक ना चला जाए, दुकानदारी ना खत्म हो जाए, कोई खतरा ना पैदा हो जाए, हुणे ही कर लो बस। भावें रात नूं भी करना पवे बंदे नूं ते करदा है। जे कोई धर्म का काम होवे बंदा कहे कोई गल नहीं कर लांगे, जे बड़ा टाइम पिया है, बड़ा समा पिया है। हुण वो जीव इस्तरी जिहड़ी है, बच्ची जिहड़ी है, वो इन्नी मगन है कामां दे विच, झाड़ू मार रही है, भांडे धो रही है, घर के कामां विच की ना दाना पुरुष लंघिया जांदा, उन्हें आख्या धीए पानी संभाल लै, पानी वगदा जा रहा थल्ले, परवाह ही नहीं की। उही गल बनी गुरु तेग बहादुर महाराज जी ने जो सारे काम कुम खत्म करके हत्थ की प्यास लगी ना, उन्हें जो जाके तो ढक्कन चुकया घड़े का, तो विच कुछ भी नहीं सी, मत्थे ते हत्थ मारिया, कह लगे पानी तो मुक गया सर। ये जीवन की कहानी है। सवासा रूपी पानी जिहड़ा है ना, ये एक एक करके वगदा जा रहा। गुरु सानू रोज समझाउंदा भलिया इस पानी नूं संभाल लै, भाव सवासा नूं संभाल लै। ये जिहड़ा घड़ा है ना, शरीर रूपी घड़ा, ये तो असल दे विच एक दिन खाली हो जाएगा। जिदन वो खत्म हो गए ना, सवास अंदरों खत्म हो गए, फिर इन्हें खत्म हो जाना है, फिर झाती मारेगा। बाबा कबीर जी आदि ने लूटना है तो लूट ले, राम नाम है लूट, फिर पाछा पछताओगे, प्राण जाएंगे छूट, फिर पछताना पवेगा। करनो तो सो ना कियो, परियो लोभ कै फंद, नानक समयो रम गयो, अब क्यों रोवत अंध। हुण रोंदा है कि महाराज थोड़े जे होर दे दे, हुण कोई 6 महीने साल किते नाम जप ला, चंगे काम कर ला। महाराज कह लगे इन्ने दिते वो संभाले ने, बाकियां दी की कदर पावेगा। तो ये शरीर रूपी बर्तन जिहड़ा है ना, ये कच्चा है, बल्कि दुनिया की हर एक चीज़ कच्ची है, टुटन वाली है। सिर्फ एक परमात्मा जिहड़ा कच्चा नहीं है, वो सच्चा है, वो सच्चा है, सदैव रहने वाला है। यही कारण सी बाबे नानक ने भाई मरदाने नूं एक गल आखी सी कि मरदानिया जा आ 2 चीज़ां खरीद के लिया बाजार विचों। हुण कई तो हसन लग पे, कह लगे लैके हो जा सौदा बाबा नानक मंगा रहे हैं, ये सौदे मिलते होंगे हो जे।
महाराज ने आख्या भी सच अते झूठे खरीद के लिया। जिहड़ा पीर सी ना हमजा गौस, ये गुजरात का होया है। ये फकीर, इहदा नाम बड़ा सी। इहदे कोल एक बार पति पत्नी विचारे आए, उन्होंने आख्या साडे ते कृपा करो, साडी अरदास करो, साडे घर जिहड़ा भी बालक जन्म लैंदा कह लगे कुछ दिनों बाद मर जाता, खत्म हो जाता, साडे ते तरस खाओ, अरदास करो कि साडे घर विच बालक होवे ते ओ रवे। उन्हें आख्या ठीक है मैं अरदास करदा, पर जेड़ा बालक तुहाडे घर विच पुत्र हुंदा है ते ओ तुसीं पहला मैनू देना है, ये शर्त है। उन्हें आख्या ठीक है। उन्होंने घरे मालक ने दात दी, पुत्र होया, पर इस बार मौत ना हुई। पर पुत्र का लालच इन्ना सी, मोह इन्ना सी, फिर मुकर गए, कह लगे हुण असीं दे नहीं सकते। उन्होंने बड़ा क्रोध आया, उन्हें फिर एक भौरा जा थले ना उठ के उहदे च वड़ के बह गया, कह लगे मैं हुण 40 दिन बाहर नहीं निकलना, बाहर निकलांगा तो सारा नगर तबाह हो जाएगा, खत्म हो जाएगा। उन्हें आख्या इत्थे झूठे लोग रहिंदे। नगरी विच बाबा नानक आया, लोग सारे इकट्ठे होके महाराज साडे ते बड़ी विपता बन गई, महाराज साडे ते बड़ी वड्डी विपता बनी है, कृपा करो सानू इस विपता विचों बाहर कड्डो। महाराज ने आख्या की होया? कह लगे इस तरह एक फकीर साधु जुबान तो जो निकलदा है बचन सच हो जाता है, अज साडे वास्ते बड़ा वड्डा खतरा। उन्हें प्रण लिया भी 40 दिन बाद बाहर निकलेगा, ये सारा इलाका खत्म हो जाएगा। सब कह लगे डरो ना भाई। जदों वो बाहर निकलिया ना हमजा गौस, ते महाराज ने बांह फड़ के आख्या भलिया मर ते दुनिया ने वैसे ही जाना, तू मार ना किसी नूं देना ते जीवन दे, तू की मारेगा किसी नूं? मर ते वैसे ही जाना है, मौत ते सुभाविक है, झूठ नहीं, ये तो वैसे ही खत्म हो जाना है, देना है ते किसी नूं जीवन दे। उदों फिर भाई मरदाने नूं घल्लिया सी भी जा सच ते झूठ खरीद के लै गए। फिर वो गए, मूले खतरी ने फिर कागज ते लिख के दिता सी, कह लगा भी जिउना जिहड़ा ना झूठ है, मरना सच है। महाराज ने फिर विखाया सी, कह लगे आ वेख सच ते झूठ की है। सच जीवन सच है, जिन्हों सच सच समझ के बैठा होया, ये सच नहीं है, ये झूठ है। हर एक चीज कच दी न्याई बिनसनहार है, सच सिर्फ परमात्मा है, परमेश्वर है। ताई बाबे नानक ने आख्या आद सच जुगाद सच है भी सच, नानक उसी भी सच। सच सिर्फ परमात्मा है, बाकी सारी कायनात कच दी न्याई है। सो गुरुदेव कृपा करन, मेहर करन। धन कलगीधर महाराज ने अगंज है, अपंज है, अजूज है। परमात्मा जिहड़ा है ना वो इन्ना समर्थ है कि उहदे नाल कोई जूझ नहीं सकता, भाव उहदा कोई मुकाबला नहीं कर सकता। अझंज है, झंज का अर्थ होंदा है जंजाल झगड़े। परमात्मा जंजालां झगड़ियां तो रहत है, उहदे घर विच कोई झगड़ा नहीं, कोई कलेश नहीं, इन्हां तो रहत है। गुरुदेव कृपा करन। बाकी विचार अगले दीवाना सांझी करांगे। होइयां भुलां चुकां दी खिमा। वाहिगुरू जी का खालसा, वाहिगुरू जी की फतेह।